जी अस्सलाम वालेकुम जी सज्जनों मित्रों ते बेलियो की हाल चाल है साਰਿਆਂ ਦਾ। ਅੱਲਾਹ ਤਾਲਾ ਦੀ ਜ਼ਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅੱਜ ਦਾ ਜਿਹੜਾ ਵਲੌਗ ਬਣਾਉਣ ਲੱਗੇ ਆ, ਅੱਜ ਦਾ ਬੇਸਿਕਲੀ ਇੱਕ ਮੈਂ ਮੋਟੀਵੇਸ਼ਨਲ ਵੀਡੀਓ ਬਣਾਉਣ ਲੱਗਾ ਵਾਂ। ਵੈਸੇ ਮੈਂ ਕੋਈ ਮੋਟੀਵੇਸ਼ਨਲ ਸਪੀਕਰ ਤਾਂ ਹੈਗਾ ਕੋਈ ਨਹੀਂ, ਲੇਕਿਨ ਮੈਂ ਨਾ ਕਾਫੀ ਦਿਨਾਂ ਤੋਂ ਸੋਚਣਾ ਪਿਆ ਸਾਂ ਕਿ ਕਿਹੜਾ ਵਲੌਗ ਬਣਾਈਏ, ਕਿਸ ਮੁਤਲਕ ਆਪਾਂ ਗੱਲ ਕਰੀਏ। ਤੇ ਬੈਠਿਆਂ ਬੈਠਿਆਂ ਮੇਰੇ ਜ਼ਿਹਨ ਦੇ ਵਿੱਚ ਗੱਲ ਆ ਗਈ ਕਿ ਚਲੋ ਆਪਾਂ ਇੱਕ ਮੋਟੀਵੇਸ਼ਨਲ ਜਿਹੜਾ ਨਾ ਵੀਡੀਓ ਬਣਾਉਂਦੇ ਆ। ਮੇਰੀ ਸਾਰੀ ਲਾਈਫ ਚੇਂਜ ਕਿਵੇਂ ਹੋਈ, ਮੈਂ ਵੀ ਜਿਵੇਂ ਦੇ ਸਾਰੇ ਆਪਣੇ ਸੱਜਣ ਨੇ ਉਸੇ ਤਰ੍ਹਾਂ ਦਾ ਮੈਂ ਸਾਂ। ਤੇ ਜਿਹੜਾ ਪੋਜ਼ਿਟਿਵ ਥਿੰਕਿੰਗ ਹੈ, ਪੋਜ਼ਿਟਿਵ ਸੋਚ ਹੈ ਜਿਹੜੀ, ਉਹ ਤੁਹਾਡੀ ਲਾਈਫ ਨੂੰ ਕਿਵੇਂ ਚੇਂਜ ਕਰਦੀ ਏ, ਇਹਨਾਂ ਮੁਤਲਕ ਅੱਜ ਆਪਾਂ ਗੱਲ ਕਰਾਂਗੇ। ਅੱਛਾ ਜੀ, ਮੈਂ ਕੁਝ ਗੱਲਾਂ ਤੁਹਾਡੇ ਨਾਲ ਐਸੀਆਂ ਸ਼ੇਅਰ ਕਰਾਂਗਾ ਜਿਹੜੀਆਂ ਅੱਜ ਤੋਂ ਪਹਿਲਾਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਹੀਂ ਕੀਤੀਆਂ ਹੋਈਆਂ। ਉਹਦੇ 'ਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬਾਕੀ ਸਾਰੇ ਦੋਸਤ ਨੇ ਉਸ ਤਰ੍ਹਾਂ ਦਾ ਹੀ ਮੇਰਾ ਜ਼ਿਹਨ ਹੁੰਦਾ ਸੀ। ਅਸੀਂ ਸੋਚਨੇ ਸਾਂ ਕੋਈ ਵੀ ਕੰਮ ਹੈ ਨਾ ਤੇ ਉਹਦੇ ਮੁਤਲਕ ਪਹਿਲੇ ਨੈਗੇਟਿਵ ਹੀ ਸੋਚਣਾ ਹੈ। ਅਗਰ ਕੋਈ ਬੰਦਾ ਕੋਈ ਚੀਜ਼ ਲੈ ਕੇ ਆ ਗਿਆ ਵੇਚਣ ਵਾਸਤੇ तो असी सोचना है कि चोरी दी होगी। अगर कोई बंदा साढ़े कोल किसी काम आ गया है, उन्हें आके कोई गल दसी है, तो असी पहले सब तो पहले असी नैगेटिव थिंकिंग सोचनी है, गलत सोचना है कि ये गलत ही उन्हें मुतलक जड़ा ना वो चीज़ा देन च लैके आनिया ने। मैं तकरीबन 2008-9 ਦੇ ਵਿੱਚ ਜਿਹੜਾ ਨਾ ਦੁਕਾਨ ਤੇ ਆਇਆ। ਪਹਿਲੇ ਸਟੱਡੀ ਕਰਦੇ ਰਹੇ, ਪੜ੍ਹਦੇ ਰਹੇ। जिसले पढ़ाई मुकम्मल की उस तो बाद दुकान पर आ गए। दुकान पर आके असी काम शुरू कर दिता, वाले साहब के नाल बैठना शुरू कर दिता। आहिस्ता आहिस्ता जिंदगी दे विच चेंजिंग उसले आई जिसले वाले साहब सिर ते ना रहे, तो असी जिहड़ा ना आप प्रैक्टिकल दुनिया नूं फेस करना शुरू किया। दुनिया के जिहड़े अजीबो गरीब रंग सी वो वेखने शुरू किए। बाप का एक रिश्ता ऐसा रिश्ता है ਜਿਹੜਾ ਜਿੰਦਾ ਤੁਹਾਡੇ ਸਿਰ 'ਤੇ ਸਾਇਆ ਹੁੰਦਾ ਹੈ, ਜਿਸਲੇ ਉਸਲੇ ਵੱਡੀ ਤੋਂ ਵੱਡੀ ਜਿਹੜੀ ਪਰੇਸ਼ਾਨੀ ਮੁਸੀਬਤ ਇਹ ਲੋਕ ਨੇ ਉਹ ਤੁਹਾਡੇ ਤੋਂ ਦੂਰ ਰਹਿੰਦੇ ਨੇ। ਅਤੇ ਜਿਸਲੇ ਤੁਸੀਂ ਬਾਪ ਦਾ ਸਾਇਆ ਸਿਰ ਤੋਂ ਉੱਠਦਾ ਹੈ, ਤੁਸੀਂ ਇਸ ਤਰ੍ਹਾਂ ਸਮਝਦੇ ਜੇ ਕਿ ਜਿਵੇਂ ਤੁਹਾਡੇ ਸਿਰ ਤੋਂ ਛਾਤੀ ਗਾਇਬ ਹੋ ਗਈ ਹੈ। ਜਿਨ੍ਹਾਂ ਦੋਸਤਾਂ ਦੇ ਬਾਪ ਸਿਰ 'ਤੇ ਨੇ, ਅੱਲਾਹ ਤਾਲਾ ਇਜ਼ਾਤ ਹਮੇਸ਼ਾ ਉਹਨਾਂ ਨੂੰ ਸਲਾਮਤ ਰੱਖੇ। ਜਿਨ੍ਹਾਂ ਦੋਸਤਾਂ ਦੇ ਵਾਲਦ ਨਹੀਂ ਹੈਗੇ ਉਹ ਮੇਰੀ ਗੱਲ ਨੂੰ ਫੋਲੋ ਕਰਨਗੇ, ਉਹ ਸਮਝਣਗੇ। ਤੇ ਜਿਨ੍ਹਾਂ ਦੇ ਸਿਰ ਤੇ ਸਲਾਮਤ ਨੇ ਉਹਨਾਂ ਨੂੰ ਚਾਹੀਦਾ ਆਪਣੇ ਵਾਲਦੈਨ ਦੀ ਖਿਦਮਤ ਕਰੋ ਜਿੰਨੀ ਹੋ ਸਕਦੀ ਹੈ। ਅੱਛਾ ਜੀ, ਵਾਲਦ ਸਾਹਿਬ ਸਿਰ ਤੇ ਨਾ ਰਹੇ, ਅਸੀਂ ਦੁਨੀਆ ਦੇ ਮੁਖਤਲਿਫ ਰੰਗ ਵੇਖੇ। ਰੰਗ ਵੇਖ ਕੇ ਤੇ ਅਸੀਂ ਦੁਨੀਆ ਨਾਲ ਤੁਰਨਾ ਸ਼ੁਰੂ ਕੀਤਾ। ਉਹਦੇ ਵਿੱਚ ਇਹ ਸੀ ਕਿ ਅਗਰ ਫਰਜ਼ ਕਰੋ ਇੱਕ ਬੰਦਾ ਮੇਰੇ ਕੋਲ ਆਇਆ, ਉਹਨੇ ਆ ਕੇ ਕਿਹਾ ਇਹ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ, ਮੈਂ ਮੋਟਰਸਾਈਕਲ ਵੇਚਣੀ। ਮੈਂ ਐਸੇ ਇੱਕ ਮਿਸਾਲ ਗੱਲ ਕਰ ਰਿਹਾ। तो मैं यही सोचना है कि मोटरसाइकिल चोरी दी होगी या इन मुतलक बहुत सारिया गलत चीज़ा सोचनिया ने। एक चीज़ हो गई। दूसरी चीज़ ये कि मैं कोशिश करनी है कि उनके तो उनकी मजबूरी तो फ़ायदा उठाया जाए। अगर कोई बंदा मजबूर आ गया है, ये जिन्ने भी दुकानदार ने मेरी गल बड़ी चंगी तरह फॉलो करनगे। वो सोचना यही है कि यार ये जड़ा ना अपना ਅਸੀਂ ਇਹਦੇ ਕੋਲੋਂ ਚੀਜ਼ਾਂ ਘੱਟ ਕਿਵੇਂ ਕਰਾ ਸਕਦੇ ਹਾਂ, ਰੇਟ ਘੱਟ ਕਿਵੇਂ ਕਰਾ ਸਕਦੇ ਹਾਂ। ਅਸੀਂ ਇਹਦੇ ਮੁਤਲਕ ਹੀ ਜਿਹੜਾ ਨਾ ਸੋਚਣਾ ਹੈ ਕਿ ਬੰਦਾ ਸਾਡੇ ਕੋਲ ਆ ਗਿਆ ਤੇ ਅਸੀਂ ਘੱਟ ਤੋਂ ਘੱਟ ਪੈਸਿਆਂ ਦੀ ਚੀਜ਼ ਕਿਵੇਂ ਲੈ ਸਕਦੇ ਹਾਂ। ਆਹਿਸਤਾ ਆਹਿਸਤਾ ਜਿਵੇਂ ਜਿਵੇਂ ਵਕਤ ਗੁਜ਼ਰਿਆ, ਤੁਹਾਡੇ ਕੋਲ ਜਿਸਲੇ ਤੁਹਾਡੇ ਕਰੀਬ ਪੋਜ਼ਿਟਿਵ ਬੰਦੇ ਹੁੰਦੇ ਨੇ ਨਾ, ਬੰਦੇ ਦਾ ਮਾਈਂਡ ਚੇਂਜ ਹੋਣਾ ਸ਼ੁਰੂ ਹੋ ਜਾਂਦਾ, ਬੰਦੇ ਦਾ ਜ਼ਿਹਨ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਂਦਾ। मेरे वाल साहब की एक आदत सी, वो कभी भी ना अगर कोई बंदा कोई चीज़ सेल करन आ जाता सी ना, है वो भी दुकानदार सन, लेकिन वो मार्केट के रेट से चीज़ खरीदते सन। वो ये नहीं सन करते कि अगर कोई बंदा मजबूर आ गया तो उनके तो असी फायदा चुकीए, उन्होंने घट तो घट रेट लाइए। वो जो मैं बैठा वहाँ वो गल्लां मेरे ज़हन च है तो सन, उन्होंने दे हुंदियां ते असी इस चीज़ नूं चंगा नहीं सन समझते। असीं कहंदे सां हाई साहब इन्ने दी उन्हें दे जानी सी, लेकिन ये महंगी चीज़ लई जांदे ने। लेकिन आहिस्ता आहिस्ता मैं इस चीज़ को रियलाइज़ किया कि तुसी अगर किसी की मजबूरी तो फायदा नहीं ना चुकते दुकानदारी दे विच, ते अल्लाह ताला दी ज़ात तुहानूं उन्ना ही नफ़ा होर किसी पासिओं दे दिंदी है। ठीक है,
ਇੱਕ ਦੂਸਰੇ ਨੰਬਰ ਤੇ ਜਦੋਂ ਤੁਸੀਂ ਕਿਸੇ ਦੀ ਮਜਬੂਰੀ ਤੋਂ ਫਾਇਦਾ ਨਹੀਂ ਚੁੱਕਦੇ, ਤੁਸੀਂ ਜ਼ਿਹਨੀ ਤੌਰ ਤੇ ਵੀ ਆਪਣਾ ਮਜ਼ਬੂਤ ਰਹਿੰਦੇ ਜੇ। ਤੁਹਾਡਾ ਇੱਕ ਜ਼ਿਹਨ ਬਣਿਆ ਜਿਹੜਾ ਹੁੰਦਾ ਨਾ, ਉਹ ਤੁਹਾਡਾ ਜ਼ਿਹਨ ਮਜ਼ਬੂਤ ਹੁੰਦਾ ਹੈ। ਮੈਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਦੇਖੇ ਨੇ ਜਿਨ੍ਹਾਂ ਕੋਲ ਅੱਲਾਹ ਤਾਲਾ ਦੀ ਜ਼ਾਤ ਦਾ ਦਿੱਤਾ ਸਾਰਾ ਕੁਝ ਹੈਗਾ ਹੈ, ਮਹਾਂ ਕਿ ਪੈਸੇ ਉਹਨਾਂ ਕੋਲ ਹੈਗੇ ਨੇ, ਜਾਇਦਾਦ ਹੈਗੀ ਹੈ, ਸ਼ਾਦੀशुदा ਨੇ, ਔਲਾਦ ਉਹਨਾਂ ਕੋਲ ਹੈਗੀ ਹੈ, ਲੇਕਿਨ ਉਸ ਦੇ ਬਾਵਜੂਦ ਉਹ ਡਿਪਰੈਸ਼ਨ ਦਾ ਸ਼ਿਕਾਰ ਨੇ। ਠੀਕ ਹੈ, ਅੱਲਾ ਮਾफ़ ਕਰੇ, ਮੈਨੂੰ ਤਾਂ ਇਸ ਬਿਮਾਰੀ ਦੀ ਸਮਝ ਹੀ ਨਹੀਂ ਸੀ ਹੈ। ਮੇਰੇ ਇੱਕ ਦੋ ਦੋਸਤ ਜਾਂ ਤਲਕ ਵਾਲੇ ਕਰੀਬੀ ਬੰਦੇ ਹੈਗੇ ਸੀ, ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਯਾਰ ਸਾਨੂੰ ਡਿਪਰੈਸ਼ਨ ਦੀ ਬਿਮਾਰੀ ਹੋ ਗਈ। ਮੈਂ ਕਿਹਾ ਉਹ ਡਿਪਰੈਸ਼ਨ ਕੀ ਹੁੰਦਾ ਹੈ, ਮੈਨੂੰ ਉਸ ਚੀਜ਼ ਦੀ ਸਮਝ ਨਹੀਂ ਸੀਗੀ। ਉਹਨਾਂ ਨੇ ਦੱਸਣਾ ਕਰਨਾ ਕਿ ਅਸੀਂ ਇਸ ਤਰ੍ਹਾਂ ਬੈਠੇ ਸੋਚਦੇ ਰਹਿੰਦੇ ਹਾਂ ਜਾਂ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ। ਤੇ ਮੈਂ ਅਗਰ ਤਾਂ ਮੇਰਾ ਕੋਈ ਦੋਸਤ ਹੈ ਤੇ ਉਹਨੂੰ ਮੈਂ ਮਸ਼ਵਰਾ ਦੇਣਾ ਸਾਂ, ਮੈਂ ਕਹਿੰਦਾ ਸਾਂ ਕਿ ਤੇਰੇ ਕੋਲ ਬੇਲੀ ਹੈਗੇ ਨੇ ਜਿਨ੍ਹਾਂ ਨੂੰ ਤੂੰ ਦੋ ਗਾਲਾਂ ਕੱਢ ਸਕੇ, ਦੋ ਸੁਣ ਸਕੇ, ਉਹਨਾਂ ਨਾਲ ਹੱਸ ਖੇਡ ਸਕੇ, ਸ਼ਰਾਰਤਾਂ ਕਰ ਸਕੇ, ਤੇ ਉਹਨਾਂ ਨੇ ਕਹਿਣਾ ਹੈਗੇ ਨੇ। ਮੈਂ ਕਿਹਾ ਕਿ ਤੁਸੀਂ ਉਹਨਾਂ ਵੱਲੇ ਗਏ ਜੇ ਅੱਜ ਕੱਲ੍ਹ ਕਿ ਨਹੀਂ ਜਾ ਰਹੇ? ਉਹਨੇ ਕਹੀ ਮੈਨੂੰ 2-3 ਸਾਲ ਹੋ ਗਏ ਨੇ, ਮੈਂ ਨਹੀਂ ਜਾ ਰਿਹਾ, ਮੈਂ ਜਿਹੜਾ ਨਾ ਉਹਨਾਂ ਵੱਲੇ ਜਾਣਾ ਛੱਡਿਆ ਆ। ਮੈਂ ਕਿਹਾ ਕਿਉਂ? ਉਹਨੇ ਕਿਹਾ ਜੀ ਕਿ ਆਪਣਾ ਕਾਫੀ ਅਰਸਾ ਹੋ ਗਿਆ, ਬਸ ਕਾਰੋਬਾਰ ਦੇ ਵਿੱਚ ਟਾਈਮ ਨਹੀਂ ਲੱਗਾ ਤੇ ਜਾਂਦੇ ਨਹੀਂ ਰਹੇ। ਮੈਂ ਕਿਹਾ ਵੀ ਸਾਰਿਆਂ ਨਾਲ ਪਹਿਲੀ ਤੇਰੀ ਡਿਊਟੀ ਇਹ ਵੇ ਕਿ ਤੂੰ ਆਪਣੇ ਉਹਨਾਂ ਬੇਲੀਆਂ ਕੋਲ ਜਾਣਾ ਹੈ ਜਿਹੜੇ ਤੇਰੇ ਬਚਪਨ ਦੇ ਬੇਲੀ ਨੇ, ਜਿਨ੍ਹਾਂ ਨਾਲ ਤੂੰ ਸ਼ਰਾਰਤਾਂ ਕਰਦਾ ਰਿਹਾ ਹੈ, ਜਿਨ੍ਹਾਂ ਨਾਲ ਤੂੰ ਹੱਸਦਾ ਖੇਡਦਾ ਰਿਹਾ ਹੈ, ਉਹਨਾਂ ਦੇ ਕੋਲ ਤੂੰ ਜਾਣਾ ਹੈ। ਮਤ ਐਸੇ ਬੰਦੇ ਕੋਲ ਜਾਓ ਜਿਹੜੇ ਬੰਦੇ ਤੁਹਾਨੂੰ ਟੀਜ਼ ਕਰਦੇ ਨੇ, ਹਮੇਸ਼ਾ ਤੁਹਾਨੂੰ ਉਹੀ ਗੱਲ ਉਹ ਪੁੱਛਦੇ ਨੇ ਜਿਸ ਗੱਲ ਤੋਂ ਤੁਹਾਨੂੰ ਤਕਲੀਫ ਹੋਵੇ। ਖਾਨਦਾਨ ਦੇ ਵਿੱਚ ਵੀ ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੇ ਬੰਦਿਆਂ ਦੇ ਜਦੋਂ ਵੀ ਤੁਸੀਂ ਮੱਥੇ ਲੱਗਣਾ ਨਾ, ਜਿਹੜੀ ਤੁਹਾਡੀ ਕਮਜ਼ੋਰ ਗੱਲ ਹੈ ਜਾਂ ਜਿਸ ਗੱਲ ਤੋਂ ਤੁਹਾਡਾ ਦਿਲ ਸੜਦਾ ਹੈ, ਉਹਨਾਂ ਨੇ ਉਹੀ ਗੱਲ ਤੁਹਾਨੂੰ ਪੁੱਛਣੀ ਹੈ। ਦੂਜੀ ਗੱਲ ਚੰਗੇ ਹਾਲਾਤ ਦੀ ਜਾਂ ਚੰਗੀ ਗੱਲ ਨਹੀਂ ਉਹਨਾਂ ਨੇ ਕਰਨੀ। ਅੱਛਾ ਜੀ, ਮੈਂ ਆਪਣੇ ਦੋਸਤ ਨੂੰ ਪਹਿਲਾਂ ਤਾਂ ਮਸ਼ਵਰਾ ਦਿੱਤਾ ਆਪਣੇ ਬੇਲੀਆਂ ਨਾਲ। ਦੂਸਰੇ ਨੰਬਰ 'ਤੇ ਉਹ ਸ਼ਾਦੀशुदा ਸੀ ਤੇ ਮੈਂ ਉਹਨੂੰ ਕਿਹਾ ਕਿ ਬਈ ਤੇਰੇ ਘਰ ਹਾਲਾਤ ਕਿਹੋ ਜਿਹੇ ਨੇ? ਤੇ ਉਹਨੇ ਕਿਹਾ ਘਰ ਹਾਲਾਤ ਠੀਕ ਨੇ, ਮੇਰੀ ਵਾਈਫ ਚੰਗੀ ਭਲੀ ਹੈ, ਮੈਨੂੰ ਪੁੱਛਦੇ ਦੱਸਦੀ ਹੈ। ਤੇ ਮੈਂ ਕਿਹਾ ਆਪਣੀ ਵਾਈਫ ਨਾਲ ਵੀ ਕਦੀ ਹੱਸਿਆ ਖੇਡਿਆ ਕਿ ਨਹੀਂ? ਤੇ ਮੈਨੂੰ ਕਹਿੰਦਾ ਨਹੀਂ, ਅਸੀਂ ਨਾ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ। ਮੈਂ ਕਿਹਾ ਜੁਆਇੰਟ ਫੈਮਿਲੀ 'ਚ ਤੇ ਰਹਿੰਦੇ ਜੇ, ਕਦੀ ਇੱਕ ਦੂਜੇ ਨੂੰ ਤੁਸੀਂ ਆਪਸ 'ਚ ਕਦੀ ਕੋਈ ਮਜ਼ਾਕ ਵਗੈਰਾ ਕੀਤਾ ਹੈ ਜਾਂ ਨਹੀਂ? ਉਹਨੇ ਕਿਹਾ ਨਹੀਂ ਯਾਰ, ਤੈਨੂੰ ਦੱਸਣਾ ਪਿਆ ਕਿ ਅਸੀਂ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਹਾਂ। ਉਹ ਮੈਂ ਕਿਹਾ ਮੰਨਿਆ ਜੁਆਇੰਟ ਫੈਮਿਲੀ 'ਚ ਰਹਿੰਦੇ ਜੇ, ਕਮਰਾ ਤੇ ਤੁਹਾਡੇ ਕੋਲ ਇੱਕ ਲਹਿਦਾ ਹੋਏਗਾ ਨਾ ਜਿੱਥੇ ਇੱਕ ਦੂਜੇ ਨੂੰ ਤੁਸੀਂ ਮਜ਼ਾਕ ਕਰ ਸਕੋ, ਹੱਸ ਖੇਡ ਸਕੋ, ਸ਼ਰਾਰਤਾਂ ਕਰ ਸਕੋ। ਤੇ ਉਹਨੂੰ ਮੇਰੀ ਗੱਲ ਦੀ ਜਿਹੜੀ ਹੈ ਨਾ ਉਹ ਸਮਝ ਨਹੀਂ ਆਈ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਜਿਹੜੇ ਦੋਸਤਾਂ ਨੂੰ ਅਗਰ ਕੋਈ ਪ੍ਰੋਬਲਮ ਹੈਗੀ ਹੈ ਤੇ ਉਹ ਮੇਰੀ ਵੀਡੀਓ ਤੋਂ ਫਾਇਦਾ ਚੁੱਕ ਸਕਣ। ਅਗਰ ਕਿਸੇ ਵੀ ਦੋਸਤ ਨੂੰ ਡਿਪਰੈਸ਼ਨ ਜੈਸੀ ਬਿਮਾਰੀ ਹੈਗੀ ਹੈ, ਵੈਸੇ ਤਾਂ ਮੁਸਲਮਾਨ ਨੂੰ ਹੋਣੀ ਨਹੀਂ ਚਾਹੀਦੀ। ਜਿਸ ਬੰਦੇ ਦਾ ਅੱਲਾਹ ਤਾਲਾ ਦੀ ਜ਼ਾਤ ਤੇ ਤਵੱਕਲ ਮਜ਼ਬੂਤ ਹੈ, ਉਹਨੂੰ ਡਿਪਰੈਸ਼ਨ ਨਹੀਂ ਹੋ ਸਕਦਾ। ਉਹਦਾ ਅਗਰ ਕੋਈ ਨੁਕਸਾਨ ਹੋ ਗਿਆ, ਉਹਨੂੰ ਫੈਮਿਲੀ 'ਚ ਕੋਈ ਪ੍ਰੋਬਲਮ ਹੈ, ਜਿੰਨੇ ਤਾਂ ਇਹ ਕਹਿ ਦੇਣਾ ਨਾ ਯਾਰ ਅੱਲਾ ਖੈਰ ਕਰੇਗਾ, ਅੱਲਾ ਬਿਹਤਰ ਕਰੇਗਾ, ਉਹਨੂੰ ਡਿਪਰੈਸ਼ਨ ਕਿੱਥੋਂ ਹੋਣਾ? ਡਿਪਰੈਸ਼ਨ ਉਹਨੂੰ ਹੀ ਹੋਣਾ ਜਿਹਨੇ ਉਸ ਚੀਜ਼ ਦੇ ਮੁਤਲਕ ਜ਼ਿਆਦਾ ਤੋਂ ਜ਼ਿਆਦਾ ਸੋਚਣਾ ਹੈ। ਤੇ ਜਿਹੜਾ ਬੰਦਾ ਪੋਜ਼ਿਟਿਵ ਹੁੰਦਾ ਹੈ, ਉਹ ਬੰਦੇ ਨੂੰ ਡਿਪਰੈਸ਼ਨ ਨਾਂ ਦੀ ਬਿਮਾਰੀ ਹੋ ਹੀ ਨਹੀਂ ਸਕਦੀ। ਅੱਛਾ ਜੀ, ਮੈਂ ਗੱਲ ਵਿੱਚ ਕਰਦਿਆਂ ਗੱਲ ਦੂਸਰੀ ਤਰਫ ਲੈ ਗਿਆ ਸਾਂ। ਗੱਲ ਆਪਣੀ ਹੋ ਰਹੀ ਸੀ ਮੋਟੀਵੇਸ਼ਨ ਦੀ। ਤੇ ਅੱਜ ਤੋਂ ਅਗਰ ਤੁਸੀਂ ਚਲੇ ਜਾਓ ਨਾ ਤਕਰੀਬਨ ਕੋਈ ਸਾਲ 1.5 ਸਾਲ ਪਿੱਛੇ, ਤੇ ਸਾਡੇ ਕਾਰੋਬਾਰੀ ਹਾਲਾਤ ਬਹੁਤ ਅੱਛੇ ਸਨ, ਬੜੇ ਅੱਛੇ ਕੰਮ ਚੱਲ ਰਹੇ ਸਨ, ਕੋਈ ਪਰੇਸ਼ਾਨੀ ਨਹੀਂ ਸੀ ਹੈ। ਯਕਦਮ ਕੁਝ ਕਾਨੂੰਨ ਇਸ ਤਰ੍ਹਾਂ ਦੇ ਬਣੇ, ਕੁਝ ਪਾਕਿਸਤਾਨੀ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਜਿਹੜੇ ਨਾ ਕਾਰੋਬਾਰੀ ਹਾਲਾਤ ਜਿਹੜੇ ਨੇ ਨਾ ਉਹ ਡਿਸਟਰਬ ਹੋ ਗਏ, ਕੰਮ ਮੁਕੰਮਲ ਬੰਦ ਹੋ ਗਏ। ਤੇ ਤੁਸੀਂ ਐਜ਼ ਏ ਮਿਸਾਲ ਇੱਕ ਮੈਂ ਗੱਲ ਕਰਨਾ ਵਾ ਕਿ ਅਗਰ ਫਰਜ਼ ਕਰੋ ਤੁਹਾਡੀ ਸੇਲ ਰੋਜ਼ਾਨਾ ਦੀ ਕੁਆਰ 10 ਲੱਖ 15 ਲੱਖ ਰੁਪਇਆ ਸੀ, ਉਹ ਤੁਹਾਡੀ ਸੇਲ ਆ ਜਾਂਦੀ ਹੈ 5-10 ਹਜ਼ਾਰ ਤੇ 20 ਹਜ਼ਾਰ ਤੇ ਇਹ ਜਿਹੜੇ ਹਾਲਾਤ ਆਏ ਸਨ, ਇਹਨੂੰ ਫੇਸ ਕਰਨ ਵਾਸਤੇ ਮੈਂ ਸਾਰਿਆਂ ਨਾਲੋਂ ਬਿਹਤਰ ਹੱਲ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਸੋਚਿਆ ਉਹ ਇਹ ਸੀ, ਮੈਂ ਚਾਹੁੰਦਾ ਸਾਂ ਮੈਂ ਆਪਣੇ ਆਪ ਨੂੰ ਆਰੇ ਲਾ ਲਵਾਂ, ਯਾਨੀ ਕਿ ਮੈਂ ਆਪਣੇ ਆਪ ਨੂੰ ਮਸਰੂਫ ਕਰ ਲਵਾਂ। ਅੱਛਾ ਜੀ, ਮੈਂ ਉਹਦੇ 'ਚ ਮਸਰੂਫੀਅਤ ਕੀ ਕੀਤੀ ਕਿ ਮੈਂ ਪਿਛਲੇ 10 ਸਾਲਾਂ ਤੋਂ ਵਾਕ ਨਹੀਂ ਸਾ ਕਰ ਰਿਹਾ, ਜਿਮ ਨਹੀਂ ਸਾ ਜਾ ਰਿਹਾ, ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਸੀ ਹੈ। ਸੁਬਾਹ ਉੱਠੀਦਾ ਸੀ, ਦੁਕਾਨ 'ਤੇ ਆਈਦਾ ਸੀ, ਸ਼ਾਮ ਨੂੰ ਦੁਕਾਨ ਬੰਦ ਕੇ ਘਰ ਜਾਈਦਾ ਸੀ, ਖਾਣਾ ਸ਼ਾਨਾ ਖਾ ਕੇ ਤੇ ਸੋ ਜਾਈਦਾ ਸੀ। ਚਾਹੇ ਖਾਣਾ ਘਰ ਖਾਈਏ, ਚਾਹੇ ਖਾਣਾ ਬਾਹਰ ਖਾਈਏ, ਖਾ ਕੇ ਤੇ ਉਸ ਤੋਂ ਬਾਅਦ ਲੇਟ ਜਾਈਦਾ ਸੀ। ਮੈਂ ਸਭ ਤੋਂ ਪਹਿਲੇ ਤੇ ਜਨਾਬ ਵਾਕ ਸ਼ੁਰੂ ਕੀਤੀ। ਮੈਂ ਕਿਹਾ ਵੀ ਸਿਹਤ ਹੋਵੇਗੀ
ਤੇ ਸਾਰਾ ਕੁਝ ਹੋਏਗਾ। ਜਿਸਲੇ ਤੁਹਾਡੀ ਸਿਹਤ ਨਹੀਂ ਠੀਕ ਤੇ ਤੁਹਾਡਾ ਕੁਝ ਵੀ ਨਹੀਂ ਠੀਕ। ਚਾਹੇ ਤੁਹਾਡੇ ਕੋਲ ਜਿੰਨੇ ਮਰਜ਼ੀ ਪੈਸੇ ਨੇ, ਲੇਕਿਨ ਅਗਰ ਤੁਸੀਂ ਤੁਹਾਡੀ ਸਿਹਤ ਵੱਲੋਂ ਹੱਥ ਤੁਹਾਡਾ ਤੰਗ ਹੋ ਗਿਆ, ਤੁਸੀਂ ਕਮਜ਼ੋਰ ਹੋ ਗਏ ਜੇ, ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਫੇਸ ਵੀ ਨਹੀਂ ਕਰ ਸਕਦੇ, ਆਪਣੀਆਂ ਮੁਸ਼ਕਲਾਂ ਨੂੰ, ਆਪਣੀਆਂ ਪਰੇਸ਼ਾਨੀਆਂ ਨੂੰ। ਸਭ ਤੋਂ ਪਹਿਲੇ ਵਾਕ ਸ਼ੁਰੂ ਕੀਤੀ। ਸਵੇਰ ਦੇ ਟਾਈਮ ਜਿਹੜਾ ਨਾ ਅਰਲੀ ਮਾਰਨਿੰਗ ਉੱਠਣਾ, ਨਮਾਜ਼ ਪੜ੍ਹਨੀ, ਨਮਾਜ਼ ਪੜ੍ਹ ਕੇ ਤੇ ਵਾਕ ਕਰਨ ਚਲੇ ਜਾਣਾ ਕਰਨਾ। ਉਸ ਤੋਂ ਬਾਅਦ ਸ਼ਾਮ ਨੂੰ ਜਿਮ ਜਾਣ ਦਾ ਟਾਈਮ ਰੱਖ ਲਿਆ ਕਿ ਸ਼ਾਮ ਨੂੰ ਜਿਹੜਾ ਨਾ ਜਿਮ ਜਾਣਾ ਸ਼ੁਰੂ ਕਰ ਦਿੱਤਾ। ਉਹ 2-4 ਦਿਨ ਮੈਂ ਜਿਮ ਗਿਆ, ਜਿਮ ਦੇ ਵਿੱਚ ਰਸ਼ ਹੁੰਦਾ ਤੇ ਮੈਂ ਸੋਚਿਆ ਕਿਉਂ ਨਾ ਘਰ ਹੀ ਜਿਮ ਬਣਾ ਲਿੱਤਾ ਜਾਵੇ ਕਿ ਉੱਥੇ ਜਾਣ ਦੀ ਜਿਹੜੀ ਮੁਸ਼ਕਲ ਹੈ ਉਹ ਹੀ ਖਤਮ ਹੋ ਜਾਵੇ। ਅੱਛਾ ਜੀ, ਮੈਂ ਜਿਮ ਬਣਾਉਣ ਵਾਸਤੇ ਰੁਖ ਕੀਤਾ ਬਾਜ਼ਾਰ ਦਾ, ਮੁਖਤਲਿਫ ਦੁਕਾਨਾਂ ਦਾ, ਜਿੱਥੋਂ ਜਿਮ ਦਾ ਸਮਾਨ ਮਿਲਦਾ ਸੀ। ਉਹਦੇ ਵਿੱਚ ਕੁਝ ਸਮਾਨ ਮੈਂ ਯੂਜ਼ ਲਿਆ, ਕੁਝ ਸਮਾਨ ਮੈਂ ਨਵਾਂ ਲਿਆ। ਕੁਝ ਜਿਮ ਦੇ ਵਿੱਚ ਚੀਜ਼ਾਂ ਇਸ ਤਰ੍ਹਾਂ ਦੀਆਂ ਸੀ ਕਿ ਆਪਣਾ ਉਸਤਾਦ ਹੈਗਾ, ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਬੈਂਚ ਬਣਦਾ ਦਿਖਾਇਆ, ਉਸਤਾਦ ਨੇ ਉਹ ਡੰਬਲਾਂ ਵਾਲਾ ਬੈਂਚ ਬਣਾਇਆ ਸੀ ਖਾਲੀ ਅੰਗਲਾਰਨ ਦੇ ਉੱਤੋਂ। ਤੇ ਉਹ ਮੈਂ ਜਿਹੜਾ ਨਾ ਆਪਣੇ ਆਪ ਨੂੰ ਮਸਰੂਫ ਕਰਨ ਵਾਸਤੇ ਘਰ ਜਿਮ ਬਣਾਉਣਾ ਸ਼ੁਰੂ ਕਰ ਦਿੱਤਾ। ਅੱਛਾ, ਉਹਦਾ ਫਾਇਦਾ ਕੀ ਹੋਇਆ ਕਿ ਜਿਹੜੀ ਮੇਰੀ ਸਿਹਤ ਕਮਜ਼ੋਰ ਹੋ ਗਈ ਹੋਈ ਸੀ, ਟੁਰਿਆ ਮੇਰੇ ਕੋਲ ਬਿਲਕੁਲ ਨਹੀਂ ਸੀ ਜਾਂਦਾ, ਮੈਂ ਜਿਹੜਾ ਨਾ ਉਹ ਟੁਰਨਾ ਸ਼ੁਰੂ ਕਰ ਦਿੱਤਾ, ਵਾਕ ਸ਼ੁਰੂ ਕਰ ਦਿੱਤੀ, ਜਿਮ ਸ਼ੁਰੂ ਕਰ ਦਿੱਤੀ। ਉਹਦੇ ਨਾਲ ਮੇਰੀ ਸਿਹਤ ਬਿਹਤਰ ਹੋਣਾ ਸ਼ੁਰੂ ਹੋ ਗਈ। ਅੱਛਾ, ਜਿਹੜੇ ਮੇਰੇ ਭਰਾ ਨੇ ਜਿਹੜੇ ਸਮੋਕਿੰਗ ਕਰਦੇ ਨੇ, ਉਹ ਇਸ ਗੱਲ ਨੂੰ ਸਮਝਣਗੇ ਕਿ ਅਸੀਂ ਬੈਠੇ ਰਹਿੰਦੇ ਹਾਂ, ਬੈਠ ਕੇ ਸਮੋਕਿੰਗ ਕਰਦੇ ਰਹਿੰਦੇ ਹਾਂ, ਅਤੇ ਜਦੋਂ ਵਿਹਲੇ ਹੁੰਦੇ ਹਾਂ ਉਦੋਂ ਅਸੀਂ ਜ਼ਿਆਦਾ ਕਰਦੇ ਹਾਂ। ਅਤੇ ਜਿਮ ਜਾਣ ਨਾਲ, ਵਾਕ ਕਰਨ ਨਾਲ ਸਮੋਕਿੰਗ ਜਿਹੜੀ ਹੈ ਨਾ ਵੈਸੇ ਹੀ ਘਟ ਜਾਂਦੀ ਹੈ। ਮੈਂ ਤਾਂ ਇਹ ਫੀਲ ਕੀਤਾ। ਜਿਹੜੇ ਦੋਸਤ ਜਾਂਦੇ ਨੇ ਉਹ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਸਾਨੂੰ ਦੱਸਣਾ ਤੁਸੀਂ ਕਿ ਤੁਹਾਡੀ ਕੀ ਸੂਰਤ ਹਾਲ ਹੈ, ਤੁਹਾਡੀ ਸਮੋਕਿੰਗ ਘਟੀ ਹੈ ਜਾਂ ਨਹੀਂ ਘਟੀ। ਅੱਛਾ ਜੀ, ਇਸ ਤੋਂ ਅੱਗੇ ਜਿਹੜਾ ਨਾ ਮਜ਼ੀਦ ਬਿਹਤਰੀ ਇਹ ਆਈ ਕਿ ਰਮਜ਼ਾਨੁਲ ਮੁਬਾਰਕ ਆ ਗਿਆ, ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ, ਸਾਰੀ ਰਾਤ ਜਾ ਕੇ ਗੁਜ਼ਾਰਨੀ। ਮੈਂ ਰੂਟੀਨ ਦੱਸਣਾ ਤੁਹਾਨੂੰ, 11-12 ਵਜੇ ਉੱਠਣਾ, ਉੱਠ ਕੇ ਦੁਕਾਨ 'ਤੇ ਆ ਜਾਣਾ, 3-4 ਵਜੇ ਤੱਕ ਦੁਕਾਨ 'ਤੇ ਰਹਿਣਾ ਹੈ। ਉਸ ਤੋਂ ਬਾਅਦ ਘਰ ਚਲੇ ਜਾਣਾ। ਘਰ ਜਿਹੜਾ ਅਫਤਾਰੀ ਦਾ ਸਮਾਨ ਵਗੈਰਾ ਲਿਆ ਕੇ ਦੇਣਾ ਹੈ, ਅਫਤਾਰੀ ਕਰਕੇ 1 ਘੰਟਾ ਲੇਟ ਜਾਣਾ। ਉਸ ਤੋਂ ਬਾਅਦ ਉੱਠਣਾ ਹੈ, ਜਿਮ ਕਰਨ ਚਲੇ ਜਾਣੀ ਹੈ। ਜਿਮ ਕਰਕੇ ਉੱਥੇ ਪਹਿਲੇ ਤਾਂ ਬੈਡਮਿੰਟਨ ਖੇਡਣਾ, ਬੈਡਮਿੰਟਨ ਤੋਂ ਬਾਅਦ ਜਿਮ ਲਗਾਉਣਾ ਤਕਰੀਬਨ ਕੋਈ ਘੰਟਾ, 2 ਘੰਟੇ, 3 ਘੰਟੇ। ਮੈਂ ਕਿਹਾ ਸਹੀ ਜਿਮ ਦਾ ਜਿਹੜਾ ਟਾਈਮ ਹੈ ਨਾ ਉਹ ਹੁੰਦਾ ਅੱਧੇ ਘੰਟੇ ਤੋਂ ਘੰਟੇ ਦੇ ਦਰਮਿਆਨ ਹੀ। ਲੇਕਿਨ ਚੂੰਕਿ ਅਸੀਂ ਇੰਜੋਇਮੈਂਟ ਕਰਨੇ ਸਾਂ, ਸਾਰੇ ਦੋਸਤ ਇਕੱਠੇ ਹੋ ਜਾਂਦੇ ਅਸੀਂ। ਅੱਛਾ, ਮੇਰੇ ਦੋਸਤ ਵੀ ਉਹ ਨੇ ਅਤੇ ਮੇਰੇ ਕੰਮ ਵਾਲੇ ਵੀ ਉਹ ਹੀ ਮੁੰਡੇ ਨੇ। ਸਾਰੀ ਦਿਹਾੜੀ ਉਹਨਾਂ ਨਾਲ ਹੀ ਦੁਕਾਨ 'ਤੇ ਰਹਿਣਾ ਅਤੇ ਉਹਨਾਂ ਨਾਲ ਹੀ ਜਿਮ ਕਰਨੀ ਹੈ। ਅਤੇ ਸ਼ਰਾਰਤਾਂ ਕਰਦਿਆਂ, ਹੱਸਦਿਆਂ ਖੇਡਦਿਆਂ ਸਾਨੂੰ ਟਾਈਮ ਦਾ ਪਤਾ ਵੀ ਨਹੀਂ ਸੀ ਲੱਗਦਾ। ਸਾਡੇ 2-2, 3-3 ਘੰਟੇ ਉੱਥੇ ਲੰਘ ਜਾਂਦੇ ਸੀ। ਅੱਛਾ ਜੀ, ਜਿਮ ਤੋਂ ਫਾਰਗ ਹੋ ਕੇ ਆਪਣਾ ਘਰ ਦਾ ਜਿਹੜਾ ਹੈ ਉਹ ਕੋਈ ਚੀਜ਼ ਖਾ ਪੀ ਲਈ, ਗੱਪਸ਼ਪ ਮਾਰ ਲਈ, ਉਹ ਕਰਦਿਆਂ ਕਰਦਿਆਂ ਸਾਰੀ ਰਾਤ ਦਾ ਟਾਈਮ ਲੰਘ ਜਾਂਦਾ ਸੀ। ਅੱਗੋਂ ਸਵੇਰੇ ਸੈਰੀ ਕਰਕੇ ਤੇ ਫਿਰ ਸੋ ਜਾਂਦਾ ਸੀ। ਤਕਰੀਬਨ ਰੋਜ਼ਿਆਂ ਦੇ ਵਿੱਚ ਸਾਰੇ ਦੋਸਤਾਂ ਦੀ ਰੂਟੀਨ ਹੀ ਹੈ ਵੇ ਕਿ ਉਹ ਸੈਰੀ ਕਰਕੇ ਹੀ ਸੌਂਦੇ ਨੇ। ਇਹ ਆਪਣੀ ਜਿਹੜੀ ਵੀਡੀਓ ਹੈ ਨਾ ਇਹ ਕਾਫੀ ਲੰਬੀ ਹੈ। ਮੈਂ ਸੋਚਣਾ ਹੁਣੇ ਪਿਆ ਸਾਂ ਕਿ ਆਪਾਂ ਇਹਨੂੰ ਨਾ ਪਾਰਟ ਕਰ ਦਿੰਦੇ ਹਾਂ, ਮਤਲਬ ਕਿ ਪਾਰਟ 1, ਪਾਰਟ 2, ਪਾਰਟ 3, ਪਾਰਟ 4, ਯਾਨੀ ਕਿ 7-8 ਮਿੰਟਾਂ ਦਾ ਨਾ ਇੱਕ ਪਾਰਟ ਬਣਾ ਕੇ ਤੇ ਉਹ ਆਪਾਂ ਇਹਦੇ ਵਿੱਚ ਨਾਲ ਐਡ ਕੀਤੀ ਜਾਵਾਂਗੇ। ਤੇ ਜਿਵੇਂ ਜਿਵੇਂ ਦੋਸਤ ਗੱਪਾਂ ਸ਼ੱਪਾਂ ਮਾਰਦੇ ਜਾਣਗੇ ਉਵੇਂ ਉਵੇਂ ਫਿਰ ਆਪਾਂ ਇਸ ਵੀਡੀਓ ਨੂੰ ਮਜ਼ੀਦ ਵਧਾਈ ਜਾਵਾਂਗੇ। ਹੁਣ ਅਸੀਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਮਿਲਾਂਗੇ ਕਿਉਂਕਿ 13-14 ਮਿੰਟ ਹੋ ਗਏ ਨੇ। ਤੇ ਨੈਕਸਟ ਪਾਰਟ ਦੀ ਜਿਹੜੀ ਵੀਡੀਓ ਹੈ ਇਹ ਆਪਾਂ ਰੋਜ਼ਾਨਾ ਹੀ ਇੱਕ ਦਿਨ ਛੱਡ ਕੇ ਇਹਦੇ ਮੁਤਲਕ ਵੀਡੀਓ ਬਣਾਵਾਂ ਕਰਾਂਗੇ। ਮਿਹਰਬਾਨੀ, ਸ਼ੁਕਰੀਆ।